ਐਮਸੀਕੀ ਫਿਰ ਤੋਂ ਹਾਜ਼ਰ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਔਰ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਖੁਦਾਵੰਦ ਦੀ ਇਸ ਪਾਕ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਪਰਮੇਸ਼ਵਰ ਨੇ ਸਾਨੂੰ ਫਿਰ ਤੋਂ ਨया दिन ਦਿੱਤਾ, ਇੱਕ ਨया ਸਮੇਂ ਦਿੱਤਾ ਔਰ ਪਰਮੇਸ਼ਵਰ ਨੇ ਇੱਕ ਨया ਮੈਸੇਜ ਦਿੱਤਾ ਜੋ ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਸ਼ੇਅਰ ਕਰਨ ਜਾ ਰਹੀ ਹਾਂ। ਔਰ ਮੇਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਮੇਰੇ ਤੇ ਸਾਰੇ ਭੇਤਾਂ ਨੂੰ ਖੋਲ੍ਹਿਆ ਪਾਪ ਦੇ ਉੱਪਰ, ਜੋ ਪਰਮੇਸ਼ਵਰ ਮੈਨੂੰ ਰੈਵਲੇਸ਼ਨ ਦਿੱਤਾ ਕਿ ਜੋ ਨਿਊ ਬਲੀਵਰਸ ਹੈ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ, ਜੋ ਆਪਣੇ ਪ੍ਰਾਰਥਨਾ ਦੇ ਕਰ ਰਹੇ ਆ ਬਟ ਇਹ ਸੋਚ ਰਹੇ ਆ ਕਿ ਸਾਡੀਆਂ ਪ੍ਰਾਰਥਨਾ ਦੇ ਆਨਸਰ ਨਹੀਂ ਆਉਂਦੇ ਪਏ, ਟੈਸਟਮਨੀ ਸੁਣ ਰਹੇ ਆ ਕਿ ਸਭ ਦੇ ਆਨਸਰ ਆ ਰਹੇ ਆ, ਸਭ ਦੀਆਂ ਗਵਾਹੀਆਂ ਬਣ ਰਹੀਆਂ ਲਾਈਫ ਵਿੱਚ, ਸਾਡੀ ਲਾਈਫ ਵਿੱਚ ਅਜੇ ਕਿਉਂ ਨਹੀਂ ਬਣ ਰਹੀਆਂ। ਸੋ ਇਹ ਛੋਟੇ ਛੋਟੇ ਪਾਪ ਹੈ ਬਟ ਇਹਨਾਂ ਸਭ ਦੀ ਪਰਮੇਸ਼ਵਰ ਨੇ ਹਰ ਜਗ੍ਹਾ ਤੇ ਅਸੀਂ ਐਗਜ਼ਾਮਪਲਸ ਜੋ ਸਾਨੂੰ ਪਰਮੇਸ਼ਵਰ ਦੇ ਰਹੇ ਕਿ ਪਾਪ ਦੀ ਸਜ਼ਾ ਕੀ ਹੈ, ਮੌਤ ਹੈ। ਸੋ ਕੁਝ ਸਾਡੀ ਲਾਈਫ ਵਿੱਚ ਐਸੀਆਂ ਬਿਮਾਰੀਆਂ, ਐਸੀਆਂ ਪ੍ਰੋਬਲਮਸ ਹੈ ਜੋ ਪਾਪ ਦੀ ਵਜ੍ਹਾ ਨਾਲ ਹੁੰਦੀ ਹੈ। ਛੋਟੀ ਛੋਟੀਆਂ ਜੋ ਗਲਤੀਆਂ ਕਰਦੇ, ਜੋ ਪਾਪ ਕਰਦੇ, ਜੋ ਖੁਦਾਵੰਦ ਦੀ ਵਿਵਸਥਾ ਦੇ ਵਿਰੁੱਧ ਹੁੰਦੇ ਹੈ ਔਰ ਸਾਨੂੰ ਪਤਾ ਨਹੀਂ ਹੁੰਦਾ ਔਰ ਅਸੀਂ ਜਾਣੇ ਅਣਜਾਣੇ ਵਿੱਚ ਕਰ ਰਹੇ ਹਾਂ ਔਰ ਅਜੇ ਵੀ ਅਸੀਂ ਮੰਗ ਰਹੇ ਹਾਂ ਕਿ ਪਰਮੇਸ਼ਵਰ ਮੇਰੀ ਉਹ ਬਲੈਸਿੰਗ ਅਜੇ ਤੱਕ ਦੂਰ ਹੈ, ਉਹ ਮੇਰੀ ਬਲੈਸਿੰਗ ਮੇਰੇ ਕੋਲ ਅਜੇ ਕਿਉਂ ਨਹੀਂ ਆ ਰਹੀ। ਸੋ ਸਭ ਤੋਂ ਪਹਿਲੇ ਸਾਨੂੰ ਆਪਣੇ ਪਾਪਾਂ ਦਾ ਪਰਮੇਸ਼ਵਰ ਦੀ ਹਜ਼ੂਰੀ ਜਾ ਕੇ ਰਿਪੈਂਟ ਕਰਨਾ ਚਾਹੀਦਾ ਕਿ ਇਹ ਸਾਰੇ ਜੋ ਪਾਪ ਜੋ ਪਰਮੇਸ਼ਵਰ ਨੇ ਦੱਸੇ, ਪਰਮੇਸ਼ਵਰ ਦੇ ਵਚਨ ਦੇ ਵਿੱਚ ਹੈ, ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਜੋ ਸਾਨੂੰ ਦੱਸਦੀਆਂ ਕਿ ਇਹ ਗਲਤ ਹੈ ਔਰ ਇਹ ਸਹੀ ਹੈ। ਇਸ ਕਰਕੇ ਅਸੀਂ ਆਪਣੀ ਲਾਈਫ ਨੂੰ ਜਾਂਚਣਾ, ਪਰਖਣਾ, ਅੱਛੀ ਤਰ੍ਹਾਂ ਚੈੱਕ ਕਰਨਾ ਕਿ ਕੀ ਸਾਡੇ ਵਿੱਚ ਇਹ ਸਾਰੇ ਪਾਪ ਹੈ ਕਿਤੇ ਨਾ ਕਿਤੇ। ਅਗਰ ਹੈ ਤੇ ਅੱਜ ਹੀ ਪਰਮੇਸ਼ਵਰ ਦੇ ਅੱਗੇ ਤੋਬਾ ਕਰੋ, ਆਪਣੇ ਪਾਪਾਂ ਨੂੰ ਮੰਨੋ ਔਰ ਅੱਜ ਤੋਂ ਬਾਅਦ ਕਦੀ ਵੀ ਦੁਬਾਰਾ ਇਹ ਪਾਪ ਨਾ ਕਰੋ। ਖੁਦਾਵੰਦ ਕੋਲੋਂ ਮਾਫੀ ਮੰਗੋ ਕਿਉਂਕਿ ਪਰਮੇਸ਼ਵਰ ਦਿਆਲੂ, ਕਿਰਪਾਲੂ, ਜ਼ਿੰਦਾ ਖੁਦਾਵੰਦ ਹੈ। ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਪਰਮੇਸ਼ਵਰ ਉਹਨਾਂ ਨੂੰ ਮਾਫ ਕਰਦੇ ਹੈ ਕਿ ਜਾਣੇ ਅਣਜਾਣੇ ਵਿੱਚ ਇਹਨਾਂ ਕੋ ਪਾਪ ਹੋਏ ਆ ਤੇ ਪਰਮੇਸ਼ਵਰ ਮਾਫ ਕਰਕੇ ਉਹਨਾਂ ਨੂੰ ਗੱਲ ਨਾਲ ਲਗਾਉਂਦੇ। ਸੋ ਅਸੀਂ ਸਭ ਨੇ ਕੀ ਕਰਨਾ, ਅੱਜ ਪਰਮੇਸ਼ਵਰ ਦੇ ਵਚਨ ਤਰਫ ਚੱਲਣਾ ਔਰ ਪਰਮੇਸ਼ਵਰ ਦੇ ਵਚਨ ਦੀ ਤਰਫ ਆਪਾਂ ਚੱਲਦੇ ਹਾਂ ਔਰ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚੋਂ ਸਿੱਖਦੇ ਹਾਂ ਕਿ ਹੋਰ ਕਿਹੜੇ ਪਾਪ ਜੋ ਸਾਨੂੰ ਨਹੀਂ ਕਰਨੇ ਚਾਹੀਦੇ। ਹਾਲੇਲੂਇਆ। ਸੋ ਉਸ ਤੋਂ ਪਹਿਲੇ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ, ਖੁਦਾਵੰਦ ਦੀ ਪ੍ਰੈਜ਼ੈਂਸ ਨੂੰ, ਹਜ਼ੂਰੀ ਨੂੰ ਪੂਰਨ ਤੌਰ ਤੇ ਮੰਗਦੇ ਹਾਂ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ ਪਿਤਾ ਯੀਸ਼ੂ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਥੀ ਪਰਮੇਸ਼ਵਰ ਅੱਜ ਦੇ ਇਸ ਦਿਨ ਲਈ, ਅੱਜ ਦੇ ਇਸ ਸਮੇਂ ਲਈ ਜੋ ਤੁਸੀਂ ਸਾਨੂੰ ਸਭ ਨੂੰ ਬਖਸ਼ਿਆ, ਆਪਣੀ ਪਾਕ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਸਾਨੂੰ ਬੈਠਣ ਦਾ ਮੌਕਾ ਦਿੱਤਾ। ਫਿਰ ਤੋਂ ਪਿਤਾ ਪਰਮੇਸ਼ਵਰ ਅੱਜ ਜੋ ਨया ਭੇਦ ਸਾਡੇ ਉੱਪਰ ਖੋਲਿਆ ਪਿਤਾ ਪਰਮੇਸ਼ਵਰ ਜੀ, ਜਦੋਂ ਅਸੀਂ ਇਸ ਨੂੰ ਸੁਣਨਾ, ਸਮਝਣਾ ਪਿਤਾ ਪਰਮੇਸ਼ਵਰ ਜੀ ਸਾਨੂੰ ਸਵਰਗੀ ਸਮਝ ਤੇ ਬੁੱਧ ਦੇਣਾ ਮੇਰੇ ਜਿੰਦਾ ਖੁਦਾਵੰਦ ਔਰ ਬੋਲਣ ਵਿੱਚ ਵੀ ਇਹਨਾਂ ਨੂੰ ਸਭ ਨੂੰ ਸਮਝਾਉਣ ਵਿੱਚ ਜੋ ਮੇਰੇ ਭੈਣ ਭਰਾ ਸੁਣਨ, ਮੈਨੂੰ ਸੱਚਮੁੱਚ ਬਲ, ਹਿੰਮਤ, ਸ਼ਕਤੀ ਦੇਣਾ, ਬੁੱਧੀ ਦਾ ਆਤਮਾ ਦੇਣਾ ਮੇਰੇ ਸਾਮਰਥੀ ਪਰਮੇਸ਼ਵਰ। ਔਰ ਜੋ ਮੇਰੇ ਭੈਣ ਭਰਾ ਸੁਣਨ ਉਹਨਾਂ ਨੂੰ ਵੀ ਬੁੱਧੀ ਦਾ ਆਤਮਾ ਦੇਣਾ, ਅੱਛੀ ਜ਼ਮੀਨ ਬਣਾਉਣਾ ਤਾਂ ਕਿ ਅੱਜ ਦਾ ਜੋ ਬੀਜ ਦਾ ਬਚਨ ਦਾ ਬੀਜ ਜੋ ਬੋਇਆ ਜਾਏ ਇਹਨਾਂ ਸਭ ਦੀ ਲਾਈਫ ਵਿੱਚ ਸੋਗਣਾ ਫਲ ਨੂੰ ਲੈ ਕੇ ਆਏ ਮੇਰੇ ਜਿੰਦਾ ਖੁਦਾਵੰਦ। ਔਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਅਸੀਂ ਸਭ ਜਨ ਉਸ ਤਰ੍ਹਾਂ ਦੇ ਬਣ ਜਾਈਏ ਔਰ ਅੱਜ ਤੋਂ ਬਾਅਦ ਕਦੀ ਵੀ ਦੁਬਾਰਾ ਇਹ ਪਾਪ ਨਾ ਕਰੀਏ। ਹਾਲੇਲੂਇਆ। ਇਸ ਪ੍ਰਾਰਥਨਾ ਨੂੰ ਮੰਗਦੇ ਤੁਹਾਡੇ ਪਿਆਰੇ ਬੇਟੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ। ਸੋ ਅਸੀਂ ਪਰਮੇਸ਼ਵਰ ਦੇ ਵਚਨ ਤਰਫ ਚੱਲਦੇ ਹਾਂ। ਖੁਦਾਵੰਦ ਦਾ ਪਵਿੱਤਰ ਕਲਾਮ ਸਾਨੂੰ ਕੀ ਦੱਸ ਰਿਹਾ, ਜੋ ਪਰਮੇਸ਼ਵਰ ਨੇ ਇੱਕ ਹੋਰ ਸਾਨੂੰ ਦੱਸਿਆ ਕਿ ਇਹ ਵੀ ਕੀ ਹੈ, ਇੱਕ ਪਾਪ ਹੈ। ਝੂਠ ਬੋਲਣਾ ਵੀ ਕੀ ਹੈ, ਇਹ ਵੀ ਇੱਕ ਬਹੁਤ ਵੱਡਾ ਪਾਪ ਹੈ। ਸੋ ਖੁਦਾਵੰਦ ਸਾਨੂੰ ਅੱਜ ਦੱਸ ਰਿਹਾ ਕਿ ਸਾਨੂੰ ਇਸ ਪਾਪ ਨੂੰ ਵੀ ਆਪਣੀ ਲਾਈਫ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ। ਇਹ ਵੀ ਕੀ ਹੈ, ਇੱਕ ਪਾਪ ਹੈ, ਅਸੀਂ ਇਸ ਨੂੰ ਆਪਣੀ ਲਾਈਫ 'ਚ ਨਹੀਂ ਰੱਖਣਾ ਤਾਂ ਕਿ ਅਸੀਂ ਅੱਗੇ ਵੱਧ ਸਕੀਏ। ਸਾਡੀ ਅੱਗੇ ਵਧਣ ਵਿੱਚ, ਸਾਡੀਆਂ ਬਲੈਸਿੰਗ ਸਾਡੀ ਲਾਈਫ ਵਿੱਚ ਜੋ ਠਹਿਰਾਈਆਂ ਖੁਦਾਵੰਦ ਨੇ, ਜੋ ਅਜੇ ਰੁਕੀਆਂ ਹੋਈਆਂ ਸਾਡੀਆਂ ਪ੍ਰਾਰਥਨਾ ਜੋ ਆਨਸਰ ਨਹੀਂ ਆ ਰਹੇ, ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਪਾਪ ਹੈ ਜੋ ਛੋਟੀ ਛੋਟੀ ਗੱਲਾਂ ਵਿੱਚ ਅਸੀਂ ਝੂਠ ਬੋਲ ਦਿੰਦੇ, ਇਹ ਵੀ ਇੱਕ ਪਾਪ ਹੈ ਔਰ ਪਰਮੇਸ਼ਵਰ ਨੂੰ ਇਹ ਪਸੰਦ ਨਹੀਂ ਹੈ। ਇਸ ਕਰਕੇ ਸਾਡੀਆਂ ਬਲੈਸਿੰਗ ਜੋ ਅਜੇ ਵੀ ਰੁਕੀਆਂ ਹੋਈਆਂ। ਸੋ ਅਸੀਂ ਆਪਣੀਆਂ ਬਲੈਸਿੰਗਸ ਨੂੰ ਵੀ ਰਹਿਣਾ ਔਰ ਪਰਮੇਸ਼ਵਰ ਦੇ ਨਾਮ ਦੇ ਵਿੱਚ, ਪਵਿੱਤਰ ਕਲਾਮ ਦੇ ਵਿੱਚ ਅੱਗੇ ਵੱਧਦੇ ਜਾਣਾ। ਸੋ ਅਸੀਂ ਪਰਮੇਸ਼ਵਰ ਦੇ ਵਚਨ ਤਰਫ ਚੱਲਦੇ ਹਾਂ। ਚੇਲਿਆਂ ਦੇ ਕਰਤੱਵ ਚੈਪਟਰ ਨੰਬਰ 5 ਉਸ ਦੀ ਫਰਸਟ ਵਰਸ ਤੋਂ ਪੜਾਂਗੇ। ਇੱਕ ਹਨਨਿਆ ਨਾਂ ਦੇ ਆਦਮੀ ਨੇ ਆਪਣੀ ਪਤਨੀ ਸ਼ਫੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ। ਉਸਨੇ ਆਪਣੀ ਪਤਨੀ ਦੀ ਰਾਏ ਨਾਲ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਅਤੇ ਕੁਝ ਹਿੱਸਾ ਲਿਆ ਕੇ ਪ੍ਰਮੁੱਖ ਚੇਲਿਆਂ ਦੇ ਚਰਨਾਂ ਤੇ ਰੱਖ ਦਿੱਤਾ। ਇਸ ਤੇ ਪਤਰਸ ਨੇ ਕਿਹਾ, ਹਨਨਿਆ, ਤੇਰੇ ਮਨ ਵਿੱਚ ਕਿਉਂ ਸ਼ੈਤਾਨ ਆਇਆ? ਕੀ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਜਾਇਦਾਦ ਦੇ ਮੁੱਲ ਦਾ ਕੁਝ ਹਿੱਸਾ ਆਪਣੇ ਲਈ ਪਿੱਛੇ ਰੱਖ ਲਵੇਂ? ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ
ਅਤੇ ਵਿਕਣ ਤੇ ਇਸ ਦਾ ਮੁੱਲ ਤੇਰੇ ਅਧਿਕਾਰ ਵਿੱਚ ਨਹੀਂ ਸੀ। ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਮਨ ਵਿੱਚ ਕਿਉਂ ਕੀਤਾ? ਤੂੰ ਆਦਮੀਆਂ ਨਾਲ ਨਹੀਂ ਸਗੋਂ ਪਰਮੇਸ਼ਵਰ ਦੇ ਨਾਲ ਝੂਠ ਬੋਲਿਆ ਹੈ। ਅਸੀਂ ਜਾਣਦੇ ਹਾਂ ਕਿ ਚੇਲਿਆਂ ਦੇ ਕਰਤੱਵ ਜਦੋਂ ਅਸੀਂ ਪੁਸਤਕ ਨੂੰ ਪੜ੍ਹਦੇ ਹਾਂ, ਇਸ ਬੁੱਕ ਨੂੰ ਪੜ੍ਹਦੇ ਹਾਂ, ਉਸ ਟਾਈਮ 'ਚ ਕੀ ਹੁੰਦਾ ਸੀਗਾ ਕਿ ਜਿਹਦੇ ਕੋਲ ਜੋ ਜਾਇਦਾਦ ਹੁੰਦੀ ਸੀ, ਘਰ ਜ਼ਮੀਨ ਜੋ ਵੀ ਹੁੰਦਾ ਸੀ, ਉਹ ਕੀ ਕਰਦੇ ਸੀ, ਵੇਚ ਕੇ ਸਾਰਾ ਕੁਝ ਲਿਆ ਕੇ ਪ੍ਰਮੁੱਖ ਚੇਲਿਆਂ ਨੂੰ ਦੇ ਦਿੰਦੇ ਸੀਗੇ। ਉਹਦੇ ਨਾਲ ਫਿਰ ਅੱਗੇ ਕੀ ਚੱਲਦਾ ਸੀਗਾ, ਪਰਮੇਸ਼ਵਰ ਦੇ ਕੰਮ ਹੁੰਦੇ ਸੀ। ਪਰ ਇੱਥੇ ਕੀ ਕੀਤਾ, ਔਰ ਕੋਈ ਇਹਦੇ ਵਿੱਚ ਕੋਈ ਇੱਦਾਂ ਕੋਈ ਉਹਨਾਂ ਨੇ ਇਸ ਤਰ੍ਹਾਂ ਦਾ ਮਤਲਬ ਕਿ ਕੋਈ ਲਾਅ ਵੀ ਨਹੀਂ ਸੀ ਬਣਾਇਆ, ਕੋਈ ਕਾਨੂੰਨ ਵੀ ਨਹੀਂ ਸੀ ਬਣਾਇਆ ਕਿ ਹਾਂ ਜਿਹੜੇ ਆ ਰਹੇ ਉਹ ਸਾਰੇ ਆਪਣੀ ਜਾਇਦਾਦ ਵੇਚ ਕੇ ਔਰ ਸਾਰੇ ਪੈਸੇ ਸਾਨੂੰ ਹੀ ਦੇਣ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਸੀ। ਜਿਸ ਤਰ੍ਹਾਂ ਪਤਰਸ ਦੱਸ ਰਿਹਾ ਸੀਗਾ ਕਿ ਜਦੋਂ ਤੂੰ ਵੇਚਿਆ ਸੀਗਾ ਉਦੋਂ ਖੇਤ ਤੇਰੇ ਹੱਕ 'ਚ ਨਹੀਂ ਸੀ, ਤੇ ਵੇਚਣ ਤੋਂ ਬਾਅਦ ਵੀ ਜੋ ਤੈਨੂੰ ਪੈਸੇ ਮਿਲੇ ਸੀ ਉਹ ਵੀ ਤੇਰੇ ਹੱਕ ਵਿੱਚ ਸੀ, ਤੇਰੇ ਹੱਥ ਵਿੱਚ ਸੀਗੇ। ਕਿਉਂਕਿ ਪਤਰਸ ਨੂੰ ਜਾਂ ਹੋਰ ਚੇਲਿਆਂ ਨੂੰ ਤਾਂ ਨਹੀਂ ਸੀ ਪਤਾ ਕਿ ਉਹਨੇ ਵੇਚਿਆ ਔਰ ਉਹਨੇ ਨੂੰ ਵੇਚਿਆ। ਉਹਦੀ ਖੁਦਾਵੰਦ ਦੇ ਵਿਰੁੱਧ ਉਹਨਾਂ ਨੇ ਪਾਪ ਕੀਤਾ। ਪਰਮੇਸ਼ਵਰ ਨੇ ਪਤਰਸ ਦੇ ਉੱਪਰ ਜ਼ਾਹਿਰ ਕੀਤਾ ਕਿ ਇਹ ਜਾਇਦਾਦ ਜੋ ਜ਼ਮੀਨ ਇਸਨੇ ਵੇਚੀ ਹੈ ਉਹ ਜ਼ਿਆਦਾ ਪੈਸਿਆਂ ਦੀ ਵੇਚੀ ਔਰ ਤੇਰੇ ਕੋਲੇ ਘੱਟ ਪੈਸੇ ਲੈ ਕੇ ਆਇਆ। ਔਰ ਉਹਨੇ ਝੂਠ ਬੋਲਤਾ। ਸੱਚ ਬੋਲ ਸਕਦਾ ਸੀਗਾ ਕਿ ਹਾਂ ਇਹ ਜ਼ਮੀਨ ਇੰਨੇ ਦੀ ਵਿਕੀ ਹੈ ਔਰ ਮੈਂ ਕੁਝ ਹਿੱਸਾ ਆਪਣੇ ਕੋਲ ਰੱਖ ਲਿਆ ਆਪਣੇ ਔਰ ਆਪਣੀ ਪਤਨੀ ਦੇ ਲਈ, ਖਰਚਿਆਂ ਦੇ ਲਈ। ਤੇ ਪਰਮੇਸ਼ਵਰ ਨੇ ਉਹਨੂੰ ਕੁਝ ਨਹੀਂ ਸੀ ਕਹਿਣਾ, ਕੋਈ ਸਜ਼ਾ ਨਹੀਂ ਸੀ ਉਸ ਟਾਈਮ। ਬਟ ਉਦੋਂ ਸਜ਼ਾ ਹੋਈ ਜਦੋਂ ਉਹਨਾਂ ਨੇ ਝੂਠ ਬੋਲਿਆ ਔਰ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਆ ਕੇ ਪਤਰਸ ਨੂੰ ਬੋਲਿਆ ਕਿ ਹਾਂ ਸੱਚਮੁੱਚ ਇੰਨੇ ਦੀ ਹੀ ਮੈਂ ਜਾਇਦਾਦ ਵੇਚੀ ਹੈ। ਉਹਨੇ ਕੁਝ ਹਿੱਸਾ ਆਪਣੇ ਕੋਲ ਰੱਖ ਲਿਆ, ਪਿੱਛੇ ਬਚਾ ਕੇ, ਝੂਠ ਬੋਲ ਕੇ ਆਪਣੇ ਕੋਲ ਰੱਖ ਲਿਆ ਔਰ ਪਤਰਸ ਨੂੰ ਬੋਲਿਆ ਕਿ ਇਹ ਸਾਰੀ ਅਮਾਊਂਟ ਹੈ ਜੋ ਮੈਂ ਜ਼ਮੀਨ ਵੇਚੀ, ਆਪਣੀ ਜਾਇਦਾਦ ਵੇਚੀ ਹੈ ਔਰ ਇਹ ਮੈਂ ਤੇਰੇ ਕੋਲ ਲੈ ਕੇ ਆ ਰਿਹਾ। ਔਰ ਪਤਰਸ ਜੋ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸੀ, ਜੋ ਖੁਦਾਵੰਦ ਦੀ ਆਤਮਾ ਦੀ ਅਗਵਾਈ ਵਿੱਚ ਚੱਲ ਰਿਹਾ ਸੀਗਾ, ਉਸਦੇ ਉੱਪਰ ਪਰਮੇਸ਼ਰ ਨੇ ਜ਼ਾਹਿਰ ਕੀਤਾ ਕਿ ਇਹ ਕੀ ਕਰ ਰਿਹਾ, ਝੂਠ ਬੋਲ ਰਿਹਾ, ਇਹ ਝੂਠ ਬੋਲ ਰਿਹਾ। ਔਰ ਪਤਰਸ ਨੇ ਬੋਲਿਆ ਕਿ ਦੇਖ ਤੂੰ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਤੇ ਹੁਣ ਇਸ ਪਾਪ ਦੀ ਸਜ਼ਾ ਤੈਨੂੰ ਕੀ ਹੋਏਗੀ। ਅਸੀਂ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ। ਇਹ ਜਾਣਦੇ ਸਾਰ ਹੀ ਹਨਨਿਆ ਡਿੱਗ ਪਿਆ ਤੇ ਉਸ ਦਾ ਦਮ ਨਿਕਲ ਗਿਆ। ਸਾਰੇ ਸੁਣਨ ਵਾਲੇ ਬਹੁਤ ਹੀ ਭੈਭੀਤ ਹੋ ਗਏ ਤੇ ਨੌਜਵਾਨਾਂ ਨੇ ਉਸ ਦੀ ਲਾਸ਼ ਨੂੰ ਉਠਾ ਕੇ ਬਾਹਰ ਲੈ ਗਏ ਉਸ ਨੂੰ ਦਫਨਾਉਣ ਵਾਸਤੇ। ਔਰ ਥੋੜੀ ਦੇਰ ਬਾਅਦ ਕੀ ਹੁੰਦਾ, ਜਦੋਂ ਉਹ ਮਰ ਜਾਂਦਾ ਹਨਨਿਆ, ਤੇ ਉਸ ਦੀ ਵਾਈਫ ਆਉਂਦੀ ਹੈ ਸ਼ਫੀਰਾ। ਔਰ ਜਦੋਂ ਉਹ ਆਉਂਦੀ ਹੈ ਤੇ ਪਤਰਸ ਉਸ ਨੂੰ ਵੀ ਪੁੱਛਦਾ ਕਿ ਤੁਸੀਂ ਆਪਣੀ ਜਾਇਦਾਦ ਨੂੰ ਇੰਨੇ ਵਿੱਚ ਵੇਚਿਆ ਸੀਗਾ। ਤੇ ਉਸਨੇ ਵੀ ਸੇਮ ਝੂਠ, ਜਿਸ ਤਰ੍ਹਾਂ ਉਹਦੇ ਹਸਬੈਂਡ ਨੇ ਬੋਲਿਆ ਸੀ, ਸੇਮ ਝੂਠ ਉਸਨੇ ਵੀ ਰਿਪੀਟ ਕਰ ਦਿੱਤਾ। ਕਿਉਂਕਿ ਖੁਦਾਵੰਦ ਕਹਿੰਦੇ ਕਿ ਝੂਠੀ ਗਵਾਹੀ ਦੇਣਾ ਵੀ ਕੀ ਹੈ, ਇੱਕ ਪਾਪ ਹੈ। ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ ਕਿਸੇ ਨੂੰ। ਔਰ ਉਹ ਕੀ ਕਰ ਰਹੇ ਸੀ, ਉਹ ਧੋਖਾ ਦੇ ਰਹੇ ਸੀ। ਕਿਹਨੂੰ ਦੇ ਰਹੇ ਸੀ ਧੋਖਾ? ਪਰਮੇਸ਼ਵਰ ਨੂੰ, ਜੋ ਸਭ ਕੁਝ ਜਾਣਦਾ। ਜਾਂ ਪਰਮੇਸ਼ਵਰ ਦੇ ਲੋਕਾਂ ਨਾਲੋਂ ਧੋਖਾ ਕਰ ਰਹੇ ਸੀ, ਉਹਨਾਂ ਨੂੰ ਚੀਟ ਕਰ ਰਹੇ ਸੀ। ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਵਿੱਤਰ ਆਤਮਾ, ਹੋਲੀ ਸਪਿਰਿਟ ਨਾਲ ਫਿਲ ਜੋ ਪਰਸਨ, ਉਹਦੇ ਨਾਲ ਜਾ ਕੇ ਝੂਠ ਬੋਲ ਰਹੇ ਸੀ, ਧੋਖਾ ਦੇ ਰਹੇ ਸੀਗੇ। ਪਰਮੇਸ਼ਵਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਕਿ ਖੁਦਾਵੰਦ ਨੂੰ ਕੋਈ ਧੋਖਾ ਦੇ ਸਕਦਾ? ਨਹੀਂ। ਔਰ ਵਾਈਫ ਨੇ ਸੇਮ ਝੂਠ ਬੋਲ ਦਿੱਤਾ। ਔਰ ਪਤਰਸ ਨੇ ਬੋਲਿਆ ਕਿ ਤੇਰੇ ਪਤੀ ਨੂੰ ਜੋ ਦਫਨਾ ਕੇ ਆਏ ਹੋ, ਅਜੇ ਉਹ ਕੀ ਨੌਜਵਾਨ ਹਜੇ ਕਹਿੰਦਾ ਘਰ ਤੋਂ ਬਾਹਰ ਹੀ ਹੈ, ਅਜੇ ਅੰਦਰ ਨਹੀਂ ਆਏ। ਪਰ ਤੂੰ ਕੀ ਕੀਤਾ? ਝੂਠ ਬੋਲ ਦਿੱਤਾ। ਔਰ ਇਹ ਸੁਣ ਕੇ ਇਸੇ ਵਕਤ ਉਹ ਵੀ ਪਤਰਸ ਦੇ ਚਰਨਾਂ 'ਚ ਡੇਗੀ, ਉੱਥੇ ਉਸੇ ਜਗ੍ਹਾ ਤੇ ਡੇਗੀ। ਔਰ ਕੀ ਹੋਇਆ? ਉਸਦਾ ਵੀ ਦਮ ਨਿਕਲ ਗਿਆ। ਜੋ ਜਾਇਦਾਦ ਉਹਨਾਂ ਨੇ ਬਚਾ ਕੇ ਰੱਖੀ ਸੀ ਕਿ ਉਸ ਨੂੰ ਖਾ ਸਕੇ, ਉਹ ਪੈਸੇ ਨੂੰ ਯੂਜ਼ ਕਰ ਸਕੇ, ਨਹੀਂ, ਕਿਉਂਕਿ ਉਹਨਾਂ ਨੇ ਝੂਠ ਬੋਲਿਆ, ਪਰਮੇਸ਼ਵਰ ਦੇ ਵਿਰੁੱਧ ਪਾਪ ਕਰ ਦਿੱਤਾ। ਇਸ ਕਰਕੇ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਪਾਪ ਨਹੀਂ ਕਰਨਾ, ਝੂਠ ਨਹੀਂ ਬੋਲਣਾ। ਅਸੀਂ ਜਾਣਦੇ ਹਾਂ ਕਿ ਜਦੋਂ ਇਸਰਾਈਲੀ ਕੌਮ ਨੂੰ, ਜਦੋਂ ਮਿਸਰ ਦੀ ਗੁਲਾਮੀ 'ਚੋਂ ਮੂਸਾ, ਜਦੋਂ ਪਰਮੇਸ਼ਵਰ ਦੀ ਹੋਲੀ ਸਪਿਰਿਟ ਦੀ ਅਗਵਾਈ ਵਿੱਚ, ਖੁਦਾਵੰਦ ਦੀ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਜੋ ਪਰਮੇਸ਼ਵਰ ਨੇ ਉਹਨੂੰ ਆਗਿਆ ਦਿੱਤੀ ਸੀਗੀ, ਉਹ ਸਾਰਾ ਕੁਝ ਲੈ ਕੇ ਕੀ ਕਰ ਰਿਹਾ ਸੀਗਾ? ਇਸਰਾਈਲੀ ਕੌਮ ਨੂੰ ਨਾਲ ਲੈ ਕੇ ਮਿਸਰ ਦੀ ਗੁਲਾਮੀ ਤੋਂ ਕੱਢ ਕੇ ਕਨਾਨ ਦੇਸ਼ ਵਿੱਚ ਜੋ ਉਹਨੂੰ ਹੁਕਮ ਮਿਲਿਆ ਸੀ, ਉਸ ਤਰ੍ਹਾਂ ਆਗਿਆ ਮਿਲੀ ਸੀ, ਉਸ ਤਰ੍ਹਾਂ ਕਰ ਰਿਹਾ ਸੀਗਾ। ਉਹ ਫਿਰੌਨ ਰਾਜਾ ਕੋਲ ਜਾ ਰਿਹਾ ਸੀ ਕਿ ਫਿਰੌਨ ਰਾਜਾ, ਇਸਰਾਈਲੀ ਲੋਕਾਂ ਨੂੰ, ਮੇਰੀ ਜੋ ਪਰਮੇਸ਼ਵਰ ਦੀ ਪਿਆਰੀ ਕੌਮ ਹੈ, ਇਹਨਾਂ ਲੋਕਾਂ ਨੂੰ ਕੀ ਕਰ, ਮੇਰੇ ਨਾਲ ਤੂੰ ਜਾਣ ਦੇ, ਕਿ ਇਹ ਬਲੀ ਚੜਾਉਣ, ਪਰਮੇਸ਼ਵਰ ਨੂੰ ਜੋ ਪਸੰਦ ਹੈ ਉਸ ਜਗ੍ਹਾ ਤੇ ਜਾਣ। ਪਰ ਕੀ ਫਿਰੌਨ ਕੀ ਕਰਦਾ ਸੀਗਾ? ਝੂਠ ਬੋਲਦਾ ਸੀ। ਉਹਨੇ ਵੀ 10 ਵਾਰ ਝੂਠ ਬੋਲਿਆ।
ਹਰ ਵਾਰ ਝੂਠ ਬੋਲਦਾ ਸੀ ਪਰਮੇਸ਼ਰ, ਹਰ ਵਾਰ ਮਰੀ ਭੇਜਦੇ ਸੀ, ਕੋਈ ਨਾ ਕੋਈ ਆਫਤ ਉਹਨਾਂ ਦੇ ਉੱਪਰ ਭੇਜਦੇ ਸੀਗੇ, ਫਿਰੌਨ ਦੇ ਰਾਜਾ ਦੇ ਉੱਪਰ ਔਰ ਮਿਸਰੀਆਂ ਦੇ ਉੱਪਰ। ਜਦੋਂ ਉਹਨਾਂ ਦੇ ਉੱਪਰ ਮੁਸੀਬਤ ਆਉਂਦੀ ਸੀ, ਉਹ ਕੀ ਕਰਦਾ ਸੀਗਾ, ਰਾਜਾ ਕੀ ਕਰਦਾ ਸੀ, ਫਿਰੌਨ ਰਾਜਾ ਮੂਸਾ ਨੂੰ ਬੁਲਾ ਕੇ ਕਹਿੰਦਾ ਸੀਗਾ ਕਿ ਤੂੰ ਆਪਣੇ, ਮੈਨੂੰ ਪਤਾ ਮੈਂ ਤੇਰੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ, ਤੇਰਾ ਪ੍ਰਭੂ ਸੱਚਾ ਹੈ ਤੇ ਮੈਂ ਤੁਹਾਡੇ ਲੋਕਾਂ ਦੇ ਵਿਰੁੱਧ ਵੀ ਪਾਪ ਕਰ ਰਿਹਾ, ਮੈਂ ਗਲਤ ਕਰ ਰਿਹਾ, ਤੇ ਕੀ ਕਰ, ਮੇਰੇ ਲਈ ਪ੍ਰਾਰਥਨਾ ਕਰ, ਮਾਫੀ ਮੰਗ, ਤਾਂ ਕਿ ਇਹ ਬਲਾ ਮੇਰੇ ਤੋਂ ਟਲ ਜਾਏ, ਮੇਰੇ ਸਾਰੇ ਮਿਸਰੀਆਂ ਲੋਕਾਂ ਦੇ ਉੱਪਰ ਟਲ ਜਾਏ, ਮੇਰੀ ਜਨਤਾ ਤੋਂ ਟਲ ਜਾਏ। ਔਰ ਜਦੋਂ ਮੂਸਾ ਪ੍ਰਾਰਥਨਾ ਕਰਦਾ ਸੀ, ਜਦੋਂ ਮੁਸੀਬਤ ਉਹ ਟਲ ਜਾਂਦੀ ਸੀਗੀ, ਉਹ ਮਰੀ ਖਤਮ ਹੋ ਜਾਂਦੀ ਸੀਗੀ, ਤੇ ਉਹ ਕੀ ਕਰਦਾ ਸੀ, ਫਿਰ ਤੋਂ ਉਹੀ ਸੇਮ ਚੀਜ਼ ਕਰਦਾ ਸੀ, ਫਿਰ ਪਾਪ ਕਰਦਾ ਸੀ ਔਰ ਇਸਰਾਇਲੀ ਲੋਕਾਂ ਨੂੰ ਨਹੀਂ ਸੀ ਜਾਣ ਦਿੰਦਾ, ਕਨਾਨ ਦੇਸ਼ ਵਿੱਚ ਉਹਨਾਂ ਨੂੰ ਜਾਣ ਨਹੀਂ ਸੀ ਦਿੰਦਾ। ਜਦੋਂ ਮੂਸਾ ਜਾਂਦਾ ਸੀ ਉਹ ਮਨਾ ਕਰ ਦਿੰਦਾ ਸੀ ਔਰ ਪਰਮੇਸ਼ਰ ਉਹਨਾਂ ਦੇ ਉੱਪਰ ਫਿਰ ਮਰੀ ਕਰਦਾ ਸੀ ਔਰ ਉਹ ਝੂਠ ਬੋਲ ਕੇ ਉਸ ਮਰੀ ਤੋਂ ਬਚ ਜਾਂਦਾ ਸੀ, ਉਸ ਮੁਸੀਬਤ ਤੋਂ ਬਚ ਜਾਂਦਾ ਸੀਗਾ। ਪਰ ਫਿਰ ਉਹ ਝੂਠ ਬੋਲ ਦਿੰਦਾ ਸੀਗਾ ਕਿ ਆਪਣੇ ਦਿਲ ਨੂੰ ਸਖਤ ਕਰ ਲੈਂਦਾ ਸੀਗਾ ਕਿ ਮੈਂ ਇਹਨਾਂ ਲੋਕਾਂ ਨੂੰ ਨਹੀਂ ਜਾਣ ਦੇਵਾਂਗਾ, ਔਰ ਬਾਰ-ਬਾਰ ਉਹ ਇਸ ਤਰ੍ਹਾਂ ਕਰ ਰਿਹਾ ਸੀ, ਬਾਰ-ਬਾਰ ਪਰਮੇਸ਼ਰ ਨੂੰ ਮਾਫ ਕਰ ਰਹੇ ਸੀਗੇ। ਪਰ ਇੱਕ ਦਿਨ ਐਸਾ ਆਇਆ ਕਿ ਪਰਮੇਸ਼ਰ ਨੇ ਕੀ ਕੀਤਾ, ਉਹਨਾਂ ਦੇ ਸਾਰੇ ਪਲੋਠਿਆਂ ਨੂੰ ਮਾਰ ਦਿੱਤਾ। ਝੂਠ ਦੀ ਉਹਨੂੰ ਕੀ ਮਿਲੀ, ਸਜ਼ਾ ਮਿਲੀ। ਉਹਨਾਂ ਦੇ ਹਰ ਇੱਕ ਮਾਲ ਡੰਗਰ ਦਾ ਪਲੋਠਾ ਜੋ ਸੀਗਾ, ਜੋ ਉਸਦੇ ਮਿਸਰ ਦੇ ਜਿੰਨੇ ਲੋਕ ਸੀਗੇ, ਇਨਫੈਕਟ ਜੋ ਫਿਰੌਨ ਰਾਜਾ ਸੀ ਉਸ ਦਾ ਵੀ ਜੇਠਾ ਪੁੱਤਰ ਕੀ ਹੋ ਗਿਆ, ਮਰ ਗਿਆ। ਇਸ ਕਰਕੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਕਿਸੇ ਨੂੰ ਦੁਖੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਧੋਖਾ ਨਹੀਂ ਦੇਣਾ ਚਾਹੀਦਾ। ਉਹ ਬਾਰ-ਬਾਰ ਫਿਰੌਨ ਰਾਜਾ ਕੀ ਕਰ ਰਿਹਾ ਸੀਗਾ, ਮਿਸਰ ਦੇ ਵਿੱਚ ਜੋ ਗੁਲਾਮ ਬਣਾਏ ਸੀ ਉਹਨੇ ਇਸਰਾਇਲੀ ਕੌਮਾਂ ਨੂੰ, ਉਹਨਾਂ ਨੂੰ ਧੋਖਾ ਦੇ ਰਿਹਾ ਸੀਗਾ। ਪਰਮੇਸ਼ਵਰ ਦੇ ਨਾਲ ਬਾਰ-ਬਾਰ ਉਹ ਧੋਖਾ ਕਰ ਰਿਹਾ ਸੀਗਾ, ਪਰਮੇਸ਼ਵਰ ਦੇ ਲੋਕਾਂ ਦੇ ਨਾਲ ਬਾਰ-ਬਾਰ ਝੂਠ ਬੋਲ ਕੇ ਉਹਨਾਂ ਨੂੰ ਧੋਖਾ ਦੇ ਰਿਹਾ ਸੀਗਾ। ਪਰ ਪਰਮੇਸ਼ਰ ਦੇ ਵਿਰੁੱਧ ਅਸੀਂ ਕੋਈ ਵੀ ਝੂਠ ਨਹੀਂ ਬੋਲ ਸਕਦੇ, ਕੋਈ ਪਾਪ ਨਹੀਂ ਕਰ ਸਕਦੇ, ਖੁਦਾਵੰਦ ਸਭ ਕੁਝ ਜਾਣਦਾ। ਇਸ ਕਰਕੇ ਕੀ ਹੋਇਆ, ਉਹਨਾਂ ਨੂੰ ਉਹਦੀ ਇਸ ਚੀਜ਼ ਦੀ ਸਜ਼ਾ ਮਿਲੀ। ਸੋ ਅੱਜ ਮੇਰੇ ਭੈਣ ਤੇ ਭਰਾਵੋ, ਮੈਂ ਵੀ ਇਹੀ ਤੁਹਾਡੇ ਨਾਲ ਅੱਜ ਜੋ ਪਰਮੇਸ਼ਰ ਨੇ ਜੋ ਮੈਨੂੰ ਵਚਨ ਦਿੱਤਾ ਇਹੀ ਸ਼ੇਅਰ ਕੀਤਾ ਔਰ ਇਹੀ ਕਹਿਣ ਜਾ ਰਹੀ ਹਾਂ ਕਿ ਸਾਨੂੰ ਸਾਡੇ ਵਿੱਚ ਜਿਸ ਕਿਸੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦਾ ਪਾਪ ਹੈ, ਛੋਟਾ ਮੋਟਾ ਜੋ ਵੀ ਹੈ, ਉਸ ਪਾਪ ਤੋਂ ਅੱਜ ਅਸੀਂ ਤੋਬਾ ਕਰਨੀ, ਰਿਪੈਂਟ ਕਰਨਾ ਔਰ ਪਰਮੇਸ਼ਵਰ ਦੇ ਅੱਗੇ ਜਾ ਕੇ ਮਾਫੀ ਮੰਗਣੀ, ਤਾਂ ਕਿ ਅਸੀਂ ਦੁਬਾਰਾ ਇਹ ਝੂਠ ਨੂੰ ਨਾ ਬੋਲੀਏ, ਇਹ ਪਾਪ ਦੁਬਾਰਾ ਅਸੀਂ ਨਾ ਕਰੀਏ। ਹਾਲੇਲੂਇਆ। ਸੋ ਅਸੀਂ ਸਭ ਜਨ ਪ੍ਰਾਰਥਨਾ ਕਰਦੇ ਮਿਲ ਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪਿਤਾ ਯਿਸੂ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਥੀ ਪਰਮੇਸ਼ਰ, ਅੱਜ ਦੇ ਇਸ ਦਿਨ ਦੇ ਲਈ, ਅੱਜ ਦੇ ਇਸ ਸਮੇਂ ਲਈ ਸਾਮਰਥੀ ਪਰਮੇਸ਼ਰ ਤੁਸੀਂ ਸਾਨੂੰ ਸਭ ਨੂੰ ਬਖਸ਼ਿਆ, ਆਪਣੀ ਰਹਿਮਤ, ਆਪਣੀ ਧਿਆਨ ਸਾਡੇ ਸਭ ਦੇ ਉੱਪਰ ਵਰਸਾਇਆ। ਪਿਤਾ ਪਰਮੇਸ਼ਰ, ਜੋ ਸੀਰੀਜ਼ ਚੱਲ ਰਹੀ ਸੀ ਪਾਪ ਦੇ ਉੱਪਰ, ਤੁਸੀਂ ਇੱਕ ਭੇਤ ਨੂੰ ਸਾਡੇ ਉੱਪਰ ਜ਼ਾਹਿਰ ਕੀਤਾ। ਅੱਛਾ ਪਿਤਾ ਪਰਮੇਸ਼ਰ ਜੀ, ਰੈਵਲੇਸ਼ਨ ਸਾਨੂੰ ਸਭ ਨੂੰ ਦਿੱਤਾ ਹੈ, ਤੁਹਾਡਾ ਧੰਨਵਾਦ ਕਰਦੇ। ਹੁਣ ਪਿਤਾ ਪਰਮੇਸ਼ਰ ਜੀ, ਜੋ ਕੋਈ ਵੀ ਸੁਣੇ ਉਸ ਦੀ ਲਾਈਫ ਚੇਂਜ ਹੋਏ ਔਰ ਅੱਗੇ ਤੋਂ ਇਹ ਕੋਈ ਵੀ ਪਾਪ ਉਹਨਾਂ ਦੀ ਜ਼ਿੰਦਗੀ ਵਿੱਚ ਜਾਂ ਸਾਡੀ ਕਿਸੇ ਦੀ ਵੀ ਜ਼ਿੰਦਗੀ ਵਿੱਚ ਦੁਬਾਰਾ ਰਿਪੀਟ ਨਾ ਹੋਏ। ਮੇਰੇ ਸਾਮਰਥੀ ਪਰਮੇਸ਼ਰ, ਇਹ ਪਾਪ ਵਾਲੀ ਆਤਮਾ, ਗੰਦੀ ਸ਼ਕਤੀ ਸਾਰੀ ਜਲ ਕੇ ਰੱਖ ਹੋ ਜਾਏ ਤੁਹਾਡੇ ਵਚਨ ਦੇ ਦੁਆਰਾ। ਮੇਰੇ ਜਿੰਦਾ ਖੁਦਾਵੰਦ, ਤੁਹਾਡੀ ਸਾਮਰਥ ਦੇ ਦੁਆਰਾ ਮੇਰੇ ਜੀਵਿਤ ਪਰਮੇਸ਼ਰ, ਇੱਕ ਜਨ ਨੂੰ ਛੂਹ ਲਓ ਮੇਰੇ ਜਿੰਦਾ ਖੁਦਾਵੰਦ। ਜਿੰਨੇ ਜਨ ਦੇਖ ਰਹੇ ਹੈ, ਜਿੰਨੇ ਜਾਣੇ ਇਹਨਾਂ ਵਚਨਾਂ ਨੂੰ ਸੁਣ ਰਹੇ ਹੋ, ਸਭ ਆਪਣੀ ਲਾਈਫ ਦੇ ਵਿੱਚ ਇਹਨਾਂ ਪਾਪਾਂ ਤੋਂ ਤੋਬਾ ਕਰਨ ਔਰ ਪੂਰਨ ਤੌਰ ਤੇ ਤੁਹਾਡੀ ਹਜ਼ੂਰੀ ਦੇ ਵਿੱਚ ਸੱਚੇ ਮਨ ਨਾਲ ਚੱਲਣ ਔਰ ਪਿਤਾ ਪਰਮੇਸ਼ਰ ਨਾਲ ਸਾਰੀਆਂ ਆਸ਼ੀਸ਼ ਬਰਕਤਾਂ ਤੁਹਾਡੇ ਕੋਲੋਂ ਪਾਉਣ ਜੋ ਤੁਸੀਂ ਸਭ ਲਈ ਠਹਿਰਾਈਆਂ। ਮੇਰੇ ਜਿੰਦਾ ਖੁਦਾਵੰਦ ਜੀ, ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।